ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਜੋ ਕੈਮਿਸਟਰੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਮਾਸਟਰ ਕੈਡਰ ਐਗਜ਼ਾਮ ਦੇ ਲਈ ਉਸ ਨੂੰ ਕੰਟੀਨਿਊ ਕਰਾਂਗੇ। ਅਗਰ ਤੁਹਾਡਾ ਕੋਈ ਵੀ ਟੌਪਿਕ ਨੂੰ ਰਿਲੇਟਡ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ। ਸਟਾਰਟ ਕਰਦੇ ਹਾਂ। ਅੱਜ ਦਾ ਜੋ ਟੌਪਿਕ ਹੋਏਗਾ ਉਹ ਪੀ ਬਲੋਕ ਦਾ ਜੋ ਪਾਰਟ 2 ਹੋਏਗਾ। ਆਈ ਹੋਪ ਤੁਸੀਂ ਪਾਰਟ 1 ਦੇਖ ਲਿਆ ਹੋਏਗਾ, ਜਿਸ ਦੇ ਵਿੱਚ ਆਪਾਂ ਨੇ ਫਰਸਟ ਗਰੁੱਪ ਹੈ ਜੋ ਪੀ ਬਲੋਕ ਦਾ ਮੀਨਸ ਗਰੁੱਪ 13 ਬਾਰੇ ਗੱਲ ਕੀਤੀ ਸੀ। ਗਰੁੱਪ 13 ਨੂੰ ਡਿਸਕਸ ਕੀਤਾ ਸੀ। ਅੱਜ ਆਪਾਂ ਡਿਸਕਸ ਕਰਾਂਗੇ ਗਰੁੱਪ 14 ਨੂੰ। ਅੱਜ ਕੱਲ ਕਰਾਂਗੇ ਗਰੁੱਪ 14 ਬਾਰੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਦੇਖੋ ਗਰੁੱਪ 14 ਦੇ ਵਿੱਚ ਕਿਹੜੇ ਕਿਹੜੇ ਐਲੀਮੈਂਟ ਆ ਜਾਂਦੇ ਆ। ਗਰੁੱਪ 14 ਦੇ ਵਿੱਚ ਕਾਰਬਨ, ਸਿਲੀਕੋਨ, ਜਰਮੇਨੀਅਮ, ਟਿਨ ਐਂਡ ਲੈਡ। ਇਹ ਆਪਣੇ ਕੋਲ ਕੀ ਨੇ ਐਲੀਮੈਂਟਸ ਹੈ ਗਰੁੱਪ 14 ਦੇ। ਦੇਖੋ ਇਸ ਨੂੰ ਵੀ ਯਾਦ ਕਰਨ ਦੀ ਟ੍ਰਿਕ ਹੈ, ਅਲੱਗ-ਅਲੱਗ ਟ੍ਰਿਕ ਹੈ। ਜਿਵੇਂ ਹੁਣ ਮੈਂ ਕੀਤਾ ਹੋਇਆ ਸੀ ਤੇ ਕੌਣ, ਸੀ, ਗੀਤਾ, ਸਨੇਹਾ, ਪ੍ਰਭਾ। ਤੁਸੀਂ ਕਿਸੇ ਵੀ ਵੇ ਨਾਲ ਕੀ ਹੈ ਲਰਨ ਕਰ ਸਕਦੇ ਹੋ। ਇਹ ਕੀ ਸੀ ਟ੍ਰਿਕ ਸੀਗੀ। ਨੈਕਸਟ ਆਪਾਂ ਗੱਲ ਕਰਾਂਗੇ ਇਹਨਾਂ ਦੇ ਅਟੋਮਿਕ ਨੰਬਰ ਦੀ। ਹੁਣ ਜਿਵੇਂ ਕਾਰਬਨ ਦਾ ਅਟੋਮਿਕ ਨੰਬਰ ਕਿੰਨਾ ਹੈ 6। ਅਗਰ ਮੈਂ ਗੱਲ ਕਰਾਂ ਸਿਲੀਕੋਨ ਦਾ ਕਿੰਨਾ ਆਪਣੇ ਕੋਲ 14। ਜਰਮੇਨੀਅਮ ਦੀ ਅਗਰ ਮੈਂ ਗੱਲ ਕਰਾਂ ਕਿੰਨਾ ਆਪਣੇ ਕੋਲ 32। ਨੈਕਸਟ ਟਿਨ ਦੀ ਅਗਰ ਮੈਂ ਗੱਲ ਕਰਾਂ 50। ਨੈਕਸਟ ਆਪਾਂ ਅਗਰ ਗੱਲ ਕਰੀਏ ਲੈਡ ਦੀ ਤਾਂ ਲੈਡ ਦਾ ਅਟੋਮਿਕ ਨੰਬਰ ਕਿੰਨਾ ਆਪਣੇ ਕੋਲ 82। ਇਹ ਕੀ ਨੇ ਅਟੋਮਿਕ ਨੰਬਰ ਹੈ। ਨੈਕਸਟ ਆਪਾਂ ਗੱਲ ਕਰਾਂਗੇ ਇਸ ਦੀ ਵੈਲੈਂਸੀ ਦੀ। ਦੇਖੋ ਅਗਰ ਮੈਂ ਗੱਲ ਕਰਾਂ ਕਾਰਬਨ ਦੀ, ਕਾਰਬਨ ਦੇ ਅਗਰ ਮੈਂ ਗੱਲ ਕਰਾਂ ਵੈਲੈਂਸੀ ਕਿਸ ਤਰ੍ਹਾਂ ਹੈ, ਜਾਂ ਆਪਾਂ ਗੱਲ ਕਰੀਏ ਕਿਸ ਤਰ੍ਹਾਂ ਇਸ ਦੀ ਜੋ ਵੈਲੈਂਸੀ ਜਨਰਲ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਹੈ ਉਹ ਜਾਂਦੀ ਹੈ। ਦੇਖੋ ਕਾਰਬਨ ਦੀ ਵੈਲੈਂਸੀ 4 ਹੈ। ਔਰ ਅਗਰ ਆਪਾਂ ਗੱਲ ਕਰੀਏ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਦੀ ਤਾਂ ਕਾਰਬਨ ਦੀ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਹੈ 1s2 2s2 2p2। ਕਲੀਅਰ। ਸਿਮਿਲਰਲੀ ਅਗਰ ਮੈਂ ਗੱਲ ਕਰਾਂ ਸਿਲੀਕੋਨ ਦੀ ਤਾਂ ਇਸ ਦੀ ਕੀ ਆ ਜਾਏਗੀ 3p2। ਜਰਮੇਨੀਅਮ ਦੀ ਅਗਰ ਮੈਂ ਗੱਲ ਕਰਾਂ ਕੀ ਆ ਜਾਏਗੀ ਆਪਣੇ ਕੋਲ 4p2। ਨੈਕਸਟ ਟਿਨ ਦੀ ਅਗਰ ਮੈਂ ਗੱਲ ਕਰਾਂ 5p2। ਨੈਕਸਟ ਲੈਡ ਦੀ ਗੱਲ ਕਰਾਂ ਤਾਂ 6p2। ਇਸ ਵੇ ਦੇ ਨਾਲ ਆਪਣੇ ਕੋਲ ਕੀ ਚਲਦੀ ਹੈ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਗਰੁੱਪ 14 ਦੀ। ਇਸ ਦਾ ਮਤਲਬ ਜਨਰਲ ਇਲੈਕਟ੍ਰੋਨਿਕ ਕੌਨਫਿਗਰੇਸ਼ਨ, ਜਨਰਲ ਇਲੈਕਟ੍ਰੋਨਿਕ ਕੌਨਫਿਗਰੇਸ਼ਨ ਕੀ ਹੋ ਜਾਏਗੀ ਆਪਣੇ ਕੋਲ ਗਰੁੱਪ 14 ਲਈ ns2 np2। ns2 np2 ਕਿਸ ਲਈ ਆਪਣੇ ਕੋਲ 14 ਗਰੁੱਪ ਦੇ ਐਲੀਮੈਂਟਸ ਦੇ ਲਈ। ਕਲੀਅਰ ਹੋਇਆ। ਵੈਲੈਂਸੀ ਵੀ ਮੈਂ ਦੱਸਤਾ ਤੁਹਾਨੂੰ, ਇਹਨਾਂ ਦੀ ਵੈਲੈਂਸੀ ਕਿੰਨੀ ਹੁੰਦੀ ਹੈ 4। ਮੀਨਸ ਹੁਣ ਕਾਰਬਨ ਹੀ ਦੇਖ ਲਓ, ਕਾਰਬਨ ਦਾ ਅਟੋਮਿਕ ਨੰਬਰ ਕਿੰਨਾ ਆਪਣੇ ਕੋਲ 6 ਹੈ, ਕੌਨਫਿਗਰੇਸ਼ਨ 2 4, ਵੈਲੈਂਸ ਇਲੈਕਟ੍ਰੋਨ ਕਿੰਨੇ ਆਪਣੇ ਕੋਲ 4। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਾਂਗੇ ਇਹਨਾਂ ਦੀ ਜੋ ਪ੍ਰੋਪਰਟੀਜ਼ ਨੇ ਉਹਨਾਂ ਬਾਰੇ। ਆਈ ਹੋਪ ਤੁਹਾਨੂੰ ਫਸਟ ਜੋ ਇੰਟਰੋਡਕਸ਼ਨ ਸੀ ਉਹ ਕਲੀਅਰ ਹੋ ਚੁੱਕੀ ਹੈ। ਨੈਕਸਟ ਦੇਖੋ ਅਗਰ ਮੈਂ ਗੱਲ ਕਰਾਂ, ਸਭ ਤੋਂ ਪਹਿਲਾਂ ਗੱਲ ਕਰਾਂਗੇ ਮੈਟੈਲਿਕ ਕਰੈਕਟਰ ਦੀ। ਮੈਟੈਲਿਕ ਕਰੈਕਟਰ ਦੀ ਜਸਟ ਅ ਸੈਕਿੰਡ। ਹਾਂਜੀ, ਮੈਟੈਲਿਕ ਕਰੈਕਟਰ ਦੀ ਦੇਖੋ ਜਿੱਦਾਂ ਜਿੱਦਾਂ ਆਪਾਂ ਡਾਊਨ ਦਾ ਗਰੁੱਪ ਅਗਰ ਜਾਂਦੇ ਹਾਂ ਤਾਂ ਮੈਟੈਲਿਕ ਕਰੈਕਟਰ ਕੀ ਹੁੰਦਾ ਆਪਣੇ ਕੋਲ ਇਨਕਰੀਜ਼ ਹੁੰਦਾ। ਨੀਚੇ ਜਾਣ ਨਾਲ ਮੈਟੈਲਿਕ ਕਰੈਕਟਰ ਕੀ ਹੁੰਦਾ ਇਨਕਰੀਜ਼। ਜੋ ਕਾਰਬਨ ਐਂਡ ਸਿਲੀਕੋਨ ਹੈ ਇਹ ਆਪਣੇ ਕੋਲ ਕੀ ਨੇ ਨੌਨ ਮੈਟਲਸ ਨੇ, ਨੌਨ ਮੈਟਲਸ ਨੇ। ਅਗਰ ਮੈਂ ਗੱਲ ਕਰਾਂ ਜਰਮੇਨੀਅਮ ਦੀ, ਇਹ ਆਪਣੇ ਕੋਲ ਕੀ ਹੈ ਮੈਟਲੋਇਡ ਹੈ। ਦੇਖੋ ਪੀ ਬਲੋਕ ਹੈ ਜੋ ਆਪਣੇ ਕੋਲ, ਇਸ ਦੇ ਵਿੱਚ ਮੈਟਲਸ ਵੀ ਪ੍ਰੈਜ਼ੈਂਟ ਹੁੰਦੇ ਆ, ਨੌਨ ਮੈਟਲ ਵੀ ਪ੍ਰੈਜ਼ੈਂਟ ਹੁੰਦੇ ਐਂਡ ਮੈਟਲੋਇਡਸ ਵੀ। ਮੈਟਲੋਇਡਸ ਦਾ ਮਤਲਬ ਜੋ ਮੈਟਲ ਤੇ ਨੌਨ ਮੈਟਲ ਦੀ ਪ੍ਰੋਪਰਟੀਜ਼ ਨੂੰ ਸ਼ੋ ਕਰੇ। ਲਾਸਟ ਆਪਣੇ ਕੋਲ ਕੀ ਹੈ ਟਿਨ ਐਂਡ ਲੈਡ, ਇਹ ਆਪਣੇ ਕੋਲ ਕੀ ਨੇ ਮੈਟਲਸ ਨੇ। ਤਾਂ ਇਸ ਵੇ ਦੇ ਨਾਲ ਜਦੋਂ ਦੇਖੋ ਹੁਣ ਆਪਾਂ ਡਾਊਨ ਦਾ ਗਰੁੱਪ ਆਵਾਂਗੇ ਇਸ ਤਰ੍ਹਾਂ ਆਵਾਂਗੇ ਤਾਂ ਮੈਟੈਲਿਕ ਕਰੈਕਟਰ ਕੀ ਹੋ ਰਿਹਾ ਆਪਣੇ ਕੋਲ ਇਨਕਰੀਜ਼ ਹੋ ਰਿਹਾ। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਾਂਗੇ ਆਕਸੀਡੇਸ਼ਨ ਸਟੇਟ ਦੀ। ਨੈਕਸਟ ਆਪਾਂ ਗੱਲ ਕਰਾਂਗੇ ਆਕਸੀਡੇਸ਼ਨ ਸਟੇਟ ਦੀ। ਦੇਖੋ ਆਕਸੀਡੇਸ਼ਨ ਸਟੇਟ ਦੀ ਅਗਰ ਮੈਂ ਗੱਲ ਕਰਾਂ, ਜ਼ਿਆਦਾਤਰ ਜਦੋਂ ਆਪਾਂ ਡਾਊਨ ਦਾ ਗਰੁੱਪ ਜਾਂਦੇ ਹਾਂ ਤਾਂ ਆਪਣੇ ਕੋਲ ਜੋ ਆਕਸੀਡੇਸ਼ਨ ਸਟੇਟ ਹੈ ਉਹ ਕਿੰਨੀ ਹੈ +2। ਮੀਨਸ
ਗਰੁੱਪ 14 ਦੀ ਜੋ ਸਟੇਬਲ ਆਪਣੇ ਕੋਲ ਆਕਸੀਡੇਸ਼ਨ ਸਟੇਟ ਹੈ ਉਹ ਕਿੰਨੀ ਹੈ +2। ਦੇਖੋ ਹੁਣ ਮੈਂ ਇਹਦੇ ਵਿੱਚ ਆਪਣੇ ਕੋਲ ਅਲੱਗ-ਅਲੱਗ ਐਲੀਮੈਂਟ ਹੈ, ਜਿਵੇਂ ਕਾਰਬਨ, ਸਿਲੀਕੋਨ, ਜਰਮੇਨੀਅਮ, ਨੈਕਸਟ ਆਪਣੇ ਕੋਲ ਟਿਨ ਐਂਡ ਲੈਡ। ਕਲੀਅਰ, ਇਹ ਆਪਣੇ ਕੋਲ ਐਲੀਮੈਂਟ ਹੈ। ਅਗਰ ਹੁਣ ਮੈਂ ਇਸ ਦੀ ਗੱਲ ਕਰਾਂ, ਦੇਖੋ ਕਾਰਬਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਕੀ ਹੁੰਦੀ ਹੈ ਆਪਣੇ ਕੋਲ +4 ਹੁੰਦੀ ਹੈ। ਅਗਰ ਮੈਂ ਗੱਲ ਕਰਾਂ ਸਿਲੀਕੋਨ ਦੀ, ਇਸ ਦੀ ਆਪਣੇ ਕੋਲ ਕੀ ਹੁੰਦੀ ਹੈ +4 ਹੁੰਦੀ ਹੈ। ਜਰਮੇਨੀਅਮ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੀ ਗੱਲ ਕਰਾਂ ਤੇ +2 ਵੀ ਹੁੰਦੀ ਹੈ, +4 ਵੀ ਹੁੰਦੀ ਹੈ। ਅਗਰ ਮੈਂ ਗੱਲ ਕਰਾਂ ਇੱਥੇ -4 ਵੀ ਆ ਜਾਏਗਾ ਆਕਸੀਡੇਸ਼ਨ ਸਟੇਟ, ਕਿਉਂਕਿ ਲੂਜ਼ ਵੀ ਕਰ ਸਕਦੇ ਹਾਂ ਤੇ ਗੇਨ ਵੀ ਕਰ ਸਕਦੇ ਹਾਂ। ਨੈਕਸਟ ਅਗਰ ਮੈਂ ਗੱਲ ਕਰਾਂ ਟਿਨ ਦੀ ਕਿੰਨੀ ਹੁੰਦੀ ਹੈ +2 ਐਂਡ +4। ਅਗਰ ਮੈਂ ਲਾਸਟ ਗੱਲ ਕਰਾਂ ਲੈਡ ਦੀ, ਇਸ ਦੀ ਵੀ ਕੀ ਹੁੰਦੀ ਹੈ +2 ਟੂ +4। ਇਹ ਕੀ ਨੇ ਆਪਣੇ ਕੋਲ ਆਕਸੀਡੇਸ਼ਨ ਸਟੇਟ ਹੈ। ਡਾਊਨ ਦਾ ਗਰੁੱਪ ਆਉਂਦੇ ਹੋਏ ਆਪਣੇ ਕੋਲ ਕੀ ਹੋ ਜਾਂਦੀ ਆਕਸੀਡੇਸ਼ਨ ਸਟੇਟ +2 +4 ਟੂ +2 ਆਕਸੀਡੇਸ਼ਨ ਸਟੇਟ ਹੋ ਜਾਂਦੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਆਇਓਨਾਈਜੇਸ਼ਨ ਇਨਥੈਲਪੀ ਦੀ। ਆਇਓਨਾਈਜੇਸ਼ਨ ਇਨਥੈਲਪੀ, ਦੇਖੋ ਆਇਓਨਾਈਜੇਸ਼ਨ ਇਨਥੈਲਪੀ ਕੀ ਹੁੰਦੀ ਹੈ, ਮੈਂ ਤੁਹਾਨੂੰ ਬਹੁਤ ਵਾਰ ਕਰਵਾਇਆ ਕੀ ਹੈ ਆਪਣੇ ਕੋਲ ਅਮਾਊਂਟ ਆਫ એનર્ਜੀ, ਕਿੰਨੀ ਅਮਾਊਂਟ ਆਫ એનર્ਜੀ ਦੀ ਆਪਾਂ ਨੂੰ ਜ਼ਰੂਰਤ ਹੈ, ਅਮਾਊਂਟ ਆਫ એનર્ਜੀ ਦੀ ਜ਼ਰੂਰਤ ਹੈ ਆਪਾਂ ਨੂੰ ਟੂ ਰਿਮੂਵ ਇਲੈਕਟ੍ਰੋਨ ਨੂੰ ਰਿਮੂਵ ਕਰਨ ਦੇ ਲਈ ਆਪਾਂ ਨੂੰ ਕਿੰਨੀ ਅਮਾਊਂਟ ਆਫ એનર્ਜੀ ਦੀ ਜ਼ਰੂਰਤ ਹੈ, ਉਸ ਨੂੰ ਆਪਾਂ ਕੀ ਬੋਲ ਦਿੰਦੇ ਹਾਂ ਆਇਓਨਾਈਜੇਸ਼ਨ ਇਨਥੈਲਪੀ ਬੋਲ ਦਿੰਦੇ ਹਾਂ। ਦੇਖੋ ਹੁਣ ਅਗਰ ਮੈਂ ਇਸ ਗਰੁੱਪ ਦੀ ਗੱਲ ਕਰਾਂ, ਮੀਨਸ ਗਰੁੱਪ 14 ਦੀ ਅਗਰ ਮੈਂ ਗੱਲ ਕਰਾਂ ਤਾਂ ਡਾਊਨ ਦਾ ਗਰੁੱਪ ਦੇਖੋ ਸਾਈਜ਼ ਕੀ ਹੁੰਦਾ ਇਨਕਰੀਜ਼, ਇਹ ਤਾਂ ਆਪਾਂ ਨੂੰ ਪਤਾ ਹੈ ਸਾਈਜ਼ ਕੀ ਹੋ ਜਾਂਦਾ ਇਨਕਰੀਜ਼ ਹੋ ਜਾਂਦਾ ਜਿਵੇਂ ਜਿਵੇਂ ਆਪਾਂ ਨੀਚੇ ਆਵਾਂਗੇ, ਮੀਨਸ ਕਾਰਬਨ ਟੂ ਲੈਡ ਆਵਾਂਗੇ ਤਾਂ ਸਾਈਜ਼ ਕੀ ਹੁੰਦਾ ਇਨਕਰੀਜ਼। ਹੁਣ ਸਾਈਜ਼ ਜਿੰਨਾ ਵੱਡਾ ਹੋਏਗਾ ਉਹਦੇ ਵਿੱਚੋਂ ਇਲੈਕਟ੍ਰੋਨ ਰਿਮੂਵ ਕਰਨਾ ਕੀ ਹੋ ਜਾਏਗਾ ਈਜ਼ੀ ਹੋ ਜਾਏਗਾ। ਇਲੈਕਟ੍ਰੋਨ ਰਿਮੂਵ ਕਰਨਾ ਈਜ਼ੀ ਹੋ ਜਾਏਗਾ ਤਾਂ ਉਹਦੀ ਆਇਓਨਾਈਜੇਸ਼ਨ એનર્ਜੀ ਕੀ ਹੋ ਜਾਏਗੀ ਡਿਕਰੀਜ਼। ਡਾਊਨ ਦਾ ਗਰੁੱਪ ਆਇਓਨਾਈਜੇਸ਼ਨ એનર્ਜੀ ਕੀ ਹੋ ਜਾਏਗੀ ਆਪਣੇ ਕੋਲ ਡਿਕਰੀਜ਼ ਹੋ ਜਾਏਗੀ। ਕਲੀਅਰ ਹੋਇਆ, ਆਈ ਹੋਪ ਤੁਹਾਨੂੰ ਇਹ ਵੀ ਪੁਆਇੰਟ ਕੀ ਹੈ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਨੈਕਸਟ ਪੁਆਇੰਟ ਦੀ। ਦੇਖੋ ਨੈਕਸਟ ਆਪਣੇ ਕੋਲ ਕੀ ਹੈ, ਨੈਕਸਟ ਹੈ ਆਪਣੇ ਕੋਲ ਵੈਲੈਂਸੀ। ਜੋ ਗਰੁੱਪ 14 ਹੈ ਇਹ ਆਪਣੇ ਕੋਲ ਟੈਟਰਾ ਵੈਲੈਂਸੀ ਸ਼ੋ ਕਰਦਾ ਹੈ। ਕਿਹੜੀ ਵੈਲੈਂਸੀ ਸ਼ੋ ਕਰਦਾ ਟੈਟਰਾ ਵੈਲੈਂਸੀ, ਟੈਟਰਾ ਮਤਲਬ 4, ਟੈਟਰਾ ਮਤਲਬ 4, ਕਾਰਬਨ ਦੀ ਵੈਲੈਂਸੀ ਕਿੰਨੀ ਆਪਣੇ ਕੋਲ 4, ਤਾਂ ਇਹ ਜੋ ਗਰੁੱਪ ਹੈ ਟੈਟਰਾ ਵੈਲੈਂਸੀ ਸ਼ੋ ਕਰਦਾ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਨੈਕਸਟ ਪ੍ਰੋਪਰਟੀ ਦੀ, ਤਾਂ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਟੀਨੇਸ਼ਨ ਪ੍ਰੋਪਰਟੀ ਕਿਸ ਦੀ ਹੁੰਦੀ ਹੈ ਕਾਰਬਨ ਦੀ। ਦੇਖੋ ਕੈਟੀਨੇਸ਼ਨ ਦਾ ਮਤਲਬ ਕੀ ਹੈ ਲੌਂਗ ਚੇਨ ਬਣਾਉਣਾ, ਐਲੀਮੈਂਟ ਦਾ ਐਲੀਮੈਂਟ ਨਾਲ ਬੌਂਡ, ਤਾਂ ਸਭ ਤੋਂ ਜ਼ਿਆਦਾ ਕੈਟੀਨੇਸ਼ਨ ਪਾਵਰ ਕਿਸ ਦੀ ਹੈ ਕਾਰਬਨ ਦੀ, ਦੈਨ ਕਿਸ ਦੀ ਹੈ ਸਿਲੀਕੋਨ ਦੀ, ਦੈਨ ਜਰਮੇਨੀਅਮ, ਚੱਲਦਾ ਰਹੇਗਾ। ਸਭ ਤੋਂ ਜ਼ਿਆਦਾ ਕਿਸ ਦੀ ਹੈ ਕਾਰਬਨ ਚੇਨ ਲੰਬੀ ਬਣਦੀ ਹੈ, ਤੁਸੀਂ ਦੇਖਿਆ ਹੋਣਾ ਆਰਗੈਨਿਕ ਦੇ ਵਿੱਚ ਆਪਾਂ ਕਰਦੇ ਹਾਂ। ਤਾਂ ਕੈਟੀਨੇਸ਼ਨ ਦੀ ਪ੍ਰੋਪਰਟੀ ਸਭ ਤੋਂ ਜ਼ਿਆਦਾ ਕਿਹਦੇ ਵਿੱਚ ਹੈ ਗਰੁੱਪ 14 ਦੇ ਵਿੱਚ, ਕਾਰਬਨ ਦੇ ਵਿੱਚ। ਕਲੀਅਰ, ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਦੀ। ਕੈਮੀਕਲ ਪ੍ਰੋਪਰਟੀਜ਼ ਤੋਂ ਪਹਿਲਾਂ ਮੈਂ ਇੱਕ ਟੌਪਿਕ ਹੋਰ ਦੱਸਦਾ ਤੁਹਾਨੂੰ, ਐਲੋਟ੍ਰੋਪਸ। ਦੇਖੋ ਐਲੋਟ੍ਰੋਪਸ ਸਭੀ ਦੇ ਹਰੇਕ ਐਲੀਮੈਂਟ ਦੇ ਕੀ ਹੈ ਅਲੱਗ-ਅਲੱਗ ਹੈ। ਜਿੰਨੇ ਵੀ ਐਲੀਮੈਂਟ ਨੇ ਇਸ ਗਰੁੱਪ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਕੀ ਨੇ ਐਲੋਟ੍ਰੋਪਸ ਨੇ। ਜਿਵੇਂ ਹੁਣ ਮੈਂ ਕਾਰਬਨ ਦੀ ਗੱਲ ਕਰਾਂ, ਕਾਰਬਨ ਦੇ ਕਿਹੜੇ-ਕਿਹੜੇ ਐਲੋਟ੍ਰੋਪਸ ਨੇ, ਇੱਕ ਤਾਂ ਗ੍ਰੇਫਾਈਟ, ਸੈਕਿੰਡ ਵਨ ਇਜ਼ ਡਾਇਮੰਡ, ਥਰਡ ਆਪਣੇ ਕੋਲ ਕੀ ਹੁੰਦਾ ਫਲੂਰੈਂਸ। ਕਲੀਅਰ, ਇਸ ਦੇ ਵਿੱਚ ਕੀ ਹੈ ਆਪਣੇ ਕੋਲ ਅਲੱਗ-ਅਲੱਗ ਕੀ ਨੇ ਐਲੋਟ੍ਰੋਪਸ ਨੇ, ਜਿੰਨੇ ਵੀ ਐਲੀਮੈਂਟਸ ਇਹਦੇ ਵਿੱਚ ਕੀ ਨੇ ਪ੍ਰੈਜ਼ੈਂਟ ਨੇ। ਮੈਂ ਪੂਰਾ ਹੀ ਲਿਖ ਦਿੰਦੀ ਹਾਂ FLL। ਕਲੀਅਰ, ਆਈ ਹੋਪ ਤੁਹਾਨੂੰ ਸਮਝ ਆ ਚੁੱਕਿਆ ਹੋਣਾ। ਇਹ ਕਿਸ ਦੇ ਨੇ ਕਾਰਬਨ ਦੇ ਨੇ, ਬਟ ਜੋ ਬਾਕੀ ਐਲੀਮੈਂਟਸ ਨੇ ਉਹਨਾਂ ਦੇ ਵੀ ਕੀ ਹੁੰਦੇ ਨੇ ਐਲੋਟ੍ਰੋਪਸ ਹੁੰਦੇ। ਨੈਕਸਟ ਆਪਾਂ ਡਿਸਕਸ ਕਰਾਂਗੇ ਕੈਮੀਕਲ ਪ੍ਰੋਪਰਟੀਜ਼। ਫਸਟ ਆਪਾਂ ਅਗਰ ਗੱਲ ਕਰੀਏ ਕੈਮੀਕਲ ਪ੍ਰੋਪਰਟੀਜ਼ ਦੀ, ਤਾਂ ਇਸ ਦੇ ਵਿੱਚ ਕੀ ਹੈ ਜੋ ਹਾਈਡਰਾਈਡਸ ਫਾਰਮ ਕਰਦੇ ਆ, ਜੋ ਇਸ ਗਰੁੱਪ ਦੇ ਐਲੀਮੈਂਟਸ ਨੇ ਇਹ ਕੀ ਫਾਰਮ ਕਰਦੇ ਆ ਹਾਈਡਰਾਈਡਸ।
ਦੇਖੋ ਹਾਈਡਰਾਈਡਸ ਦਾ ਕੀ ਮਤਲਬ ਹੈ, ਹਾਈਡਰਾਈਡਸ ਦਾ ਮਤਲਬ ਕੀ ਹੈ, ਹਾਈਡਰੋਜਨ ਦੇ ਨਾਲ ਕੀ ਹੈ, ਜਦੋਂ ਗਰੁੱਪ 14 ਦੇ ਐਲੀਮੈਂਟ ਕੀ ਹੋ ਜਾਣਗੇ, ਅਟੈਚ ਹੋ ਜਾਣਗੇ, ਉਸ ਨੂੰ ਕੀ ਕਹਿੰਦੇ ਆ, ਹਾਈਡਰਾਈਡ ਦੀ ਫੋਰਮੇਸ਼ਨ ਕਰਨਾ। ਜਿਵੇਂ ਮਿਥੇਨ ਬਣ ਜਾਣਾ CH4, ਸਿਮਿਲਰਲੀ SiH4, ਸਾਰੇ ਸਿਲੀਕੋਨ ਹਾਈਡਰਾਈਡ ਬਣ ਜਾਣਾ, ਜਰਮੇਨੀਅਮ ਹਾਈਡਰਾਈਡ ਬਣ ਜਾਣਾ। ਕਲੀਅਰ। ਜਿਵੇਂ ਅਗਰ ਆਪਾਂ ਗੱਲ ਕਰੀਏ ਟੈਂਡੈਂਸੀ ਦੀ, ਤਾਂ ਡਾਊਨ ਦਾ ਗਰੁੱਪ ਜਿਵੇਂ ਜਿਵੇਂ ਆਪਾਂ ਨੀਚੇ ਜਾਂਦੇ ਹਾਂ, ਤਾਂ ਹਾਈਡਰਾਈਡ ਦੀ ਜੋ ਬਣਾਉਣ ਦੀ ਕੈਪੈਸਿਟੀ ਹੈ ਉਹ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਹਾਈਡਰਾਈਡ ਫਾਰਮ ਕਰਨ ਦੀ ਟੈਂਡੈਂਸੀ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ ਡਾਊਨ ਦਾ ਗਰੁੱਪ, ਜਦੋਂ ਆਪਾਂ ਕੀ ਜਾਂਦੇ ਹਾਂ, ਡਾਊਨ ਦਾ ਗਰੁੱਪ, ਨੀਚੇ ਨੂੰ ਜਾਂਦੇ ਹਾਂ। ਕਲੀਅਰ। ਆਈ ਹੋਪ ਤੁਹਾਨੂੰ ਪੁਆਇੰਟ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਪ੍ਰੋਪਰਟੀ ਦੀ, ਕੈਮੀਕਲ ਪ੍ਰੋਪਰਟੀ ਦੀ। ਸੈਕਿੰਡ ਕੀ ਹੈ, ਹੈਲਾਈਡ। ਹੈਲਾਈਡ ਫੋਰਮੇਸ਼ਨ, ਦੇਖੋ ਕਾਰਬਨ ਹੈ, ਸਿਲੀਕੋਨ ਹੈ, ਸਭ ਕੀ ਕਰਦੇ ਨੇ, ਹੈਲੋਜਨ ਦੇ ਨਾਲ ਬੌਂਡ ਫਾਰਮ ਕਰਦੇ ਆ। ਕਿੱਦਾਂ ਕਰਨਗੇ, 4। ਜਿਵੇਂ ਇਹਨਾਂ ਕੋਲ ਕਿਸ ਦੀ ਲੋੜ ਹੁੰਦੀ ਹੈ, 4 ਇਲੈਕਟ੍ਰੋਨ ਦੀ ਵੈਲੈਂਸੀ ਕਿੰਨੀ ਹੈ, 4, ਤਾਂ ਇਹ 4 ਹੈਲੋਜਨ ਨੂੰ ਆਪਣੇ ਨਾਲ ਜੋੜ ਲੈਣਗੇ। ਸਭ ਤੋਂ ਜ਼ਿਆਦਾ ਕਾਰਬਨ ਦੀ ਹੁੰਦੀ ਹੈ, ਦੈਨ ਸਿਲੀਕੋਨ ਦੀ, ਇਸ ਤਰ੍ਹਾਂ ਇਨਕਰੀਜ਼ਿੰਗ ਆਰਡਰ ਜਾਏਗਾ, ਫਿਰ ਜਰਮੇਨੀਅਮ ਦੀ, ਦੈਨ ਟਿਨ ਹੈਲਾਈਡ। ਇਸ ਤਰ੍ਹਾਂ ਨਾਲ ਤੁਹਾਡੇ ਕੋਲ ਹੈਲਾਈਡ ਦੀ ਕੀ ਹੋ ਜਾਏਗੀ, ਫੋਰਮੇਸ਼ਨ ਹੋ ਜਾਏਗੀ। ਕਲੀਅਰ। ਆਈ ਹੋਪ ਤੁਹਾਨੂੰ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਵਨ ਦੀ। ਦੇਖੋ ਥਰਡ ਕੀ ਆ ਆਪਣੇ ਕੋਲ, ਥਰਡ ਹੈ ਇਹਦੇ ਵਿੱਚ, ਨੈਕਸਟ ਅਗਰ ਆਪਾਂ ਗੱਲ ਕਰੀਏ ਆਕਸਾਈਡਸ ਕਰ ਲੈਂਦੇ ਆ, ਆਕਸਾਈਡਸ। ਦੇਖੋ ਜੋ ਇਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, 2 ਟਾਈਪਸ ਦੇ ਆਕਸਾਈਡ ਬਣਦੇ ਨੇ ਗਰੁੱਪ 14 ਦੇ ਵਿੱਚ, ਇੱਕ ਤਾਂ ਮੋਨੋ ਆਕਸਾਈਡ, ਸੈਕਿੰਡ ਇਜ਼ ਡਾਈਆਕਸਾਈਡ। 2 ਆਕਸਾਈਡ ਦੀ ਫੋਰਮੇਸ਼ਨ ਹੁੰਦੀ ਹੈ, ਮੋਨੋ ਆਕਸਾਈਡ ਐਂਡ ਡਾਈਆਕਸਾਈਡ। ਅਗਰ ਜਿਵੇਂ ਹੁਣ ਮੈਂ ਗੱਲ ਕਰਾਂ, ਕਾਰਬਨ ਮੋਨੋਆਕਸਾਈਡ ਵੀ ਫਾਰਮ ਹੁੰਦਾ, ਕਾਰਬਨ ਡਾਈਆਕਸਾਈਡ ਵੀ ਫਾਰਮ ਹੁੰਦਾ। ਡਾਈਆਕਸਾਈਡ ਦੀ ਵੀ ਐਗਜ਼ਾਮਪਲ ਆ ਗਈ, ਮੋਨੋਆਕਸਾਈਡ ਦੀ ਵੀ। ਤਾਂ ਇਸ ਦੇ ਵਿੱਚ ਮੋਨੋਆਕਸਾਈਡ ਦੀ ਵੀ ਫੋਰਮੇਸ਼ਨ ਹੁੰਦੀ ਹੈ, ਡਾਈਆਕਸਾਈਡ ਦੀ ਵੀ ਫੋਰਮੇਸ਼ਨ ਹੁੰਦੀ ਹੈ। ਕਲੀਅਰ ਹੈ ਜੀ। ਆਈ ਹੋਪ ਤੁਹਾਨੂੰ ਇਹ ਕੰਸੈਪਟ ਵੀ ਕੀ ਹੋ ਚੁੱਕਿਆ, ਕਲੀਅਰ ਹੋ ਚੁੱਕਿਆ। ਨੈਕਸਟ ਅਗਰ ਮੈਂ ਗੱਲ ਕਰਾਂ, ਦੇਖੋ ਇਹ ਅਗਰ ਨੈਕਸਟ ਆਪਾਂ ਗੱਲ ਕਰਾਂਗੇ, ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਨੈਕਸਟ ਦੇਖੋ, ਹਾਂਜੀ ਫੋਰਥ ਕੀ ਹੈ, ਦੇਖੋ ਓਨਲੀ ਜੋ ਆਪਣੇ ਕੋਲ ਟਿਨ ਹੈ, ਇਹ ਰਿਐਕਟ ਕਰਦਾ ਵਾਟਰ ਦੇ ਨਾਲ। ਬਾਕੀ ਕੀ ਹੈ, ਵਾਟਰ ਦੇ ਨਾਲ ਕੀ ਹੈ, ਰਿਐਕਟ ਨਹੀਂ ਕਰਦੇ ਪ੍ਰੋਪਰ ਵੇ ਦੇ ਵਿੱਚ। ਦੇਖੋ ਟਿਨ ਦੀ ਫੋਰਮੇਸ਼ਨ ਜਦੋਂ ਵਾਟਰ ਨਾਲ ਰਿਐਕਟ ਹੁੰਦੀ ਹੈ, ਕੀ ਫਾਰਮ ਕਰਦਾ, ਜਦੋਂ ਟਿਨ 2 ਮੋਲੀਕਿਊਲ ਆਫ ਵਾਟਰ ਨਾਲ ਰਿਐਕਟ ਕਰਦਾ, ਹੀਟ ਕੀਤਾ ਜਾਂਦਾ ਇਹਨਾਂ ਨੂੰ, ਤਾਂ ਕੀ ਫਾਰਮ ਹੁੰਦਾ, ਟਿਨ ਆਕਸਾਈਡ, ਪਲੱਸ ਨਾਲ ਕੀ ਨਿਕਲੇਗਾ ਆਪਣੇ ਕੋਲ, 2 ਮੋਲੀਕਿਊਲ ਆਫ ਹਾਈਡਰੋਜਨ ਗੈਸ ਕੀ ਹੋਏਗੀ, ਰਿਲੀਜ਼ ਹੋਏਗੀ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਕਰਾਂਗੇ ਇੰਪੋਰਟੈਂਟ ਕੰਪਾਊਂਡ ਜੋ ਫੋਰਮੇਸ਼ਨ ਹੁੰਦੀ ਹੈ, ਇੰਪੋਰਟੈਂਟ ਕੰਪਾਊਂਡ ਆਫ ਕਾਰਬਨ। ਕਾਰਬਨ ਦੇ ਇੰਪੋਰਟੈਂਟ ਕੰਪਾਊਂਡਸ ਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਦੇਖੋ ਅਗਰ ਆਪਾਂ ਗੱਲ ਕਰੀਏ ਕਿ ਕਾਰਬਨ ਮੋਨੋਆਕਸਾਈਡ ਕਿੱਦਾਂ ਬਣਦੀ ਹੈ, ਜਦੋਂ ਮੈਂ ਕਾਰਬਨ ਨੂੰ ਹਾਫ ਮੋਲੀਕਿਊਲ ਆਫ ਆਕਸੀਜਨ ਦੇ ਨਾਲ ਰਿਐਕਟ ਕਰਵਾ ਦੂੰਗੀ, ਤਾਂ ਆਪਣੇ ਕੋਲ ਕੀ ਬਣ ਜਾਏਗਾ, ਕਾਰਬਨ ਮੋਨੋਆਕਸਾਈਡ ਦੀ ਕੀ ਹੋ ਜਾਏਗੀ, ਫੋਰਮੇਸ਼ਨ ਹੋ ਜਾਏਗੀ। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਮੀਨਸ ਇਹ ਕਿਸ ਤਰ੍ਹਾਂ ਨਾਲ ਓਬਟੇਨਡ ਹੋ ਸਕਦਾ, ਅਗਰ ਆਪਾਂ ਗੱਲ ਕਰੀਏ ਇਸ ਤੋਂ ਇਲਾਵਾ ਫੋਰਮਿਕ ਐਸਿਡ ਦੇ ਥਰੂ। ਹੁਣ ਅਗਰ ਮੈਂ ਫੋਰਮਿਕ ਐਸਿਡ, ਇਹੀ ਫਾਰਮੂਲਾ ਹੁੰਦਾ HCOOH, ਜਦੋਂ ਮੈਂ ਇਸ ਨੂੰ ਅੱਗੇ ਹੀਟ ਕਰਦੀ ਹਾਂ, ਕਲੀਅਰ, ਇਨ ਦ ਪ੍ਰੈਜ਼ੈਂਟ ਆਫ ਕੰਸਨਟ੍ਰੇਟਡ H2SO4, ਤਾਂ ਆਪਣੇ ਕੋਲ ਕੀ ਫੋਰਮੇਸ਼ਨ ਹੋ ਜਾਂਦੀ ਹੈ, ਫੋਰਮਿਕ ਐਸਿਡ ਤੋਂ ਕੀ ਬਣੇਗਾ, ਇੱਕ ਤਾਂ ਵਾਟਰ ਬਣੇਗਾ ਆਪਣੇ ਕੋਲ H2O, ਸੈਕਿੰਡ ਆਪਣੇ ਕੋਲ ਕੀ ਬਣੇਗਾ, ਕਾਰਬਨ ਮੋਨੋਆਕਸਾਈਡ, ਜੋ ਕੀ ਹੈ ਅਗਰ ਆਪਾਂ ਗੱਲ ਕਰੀਏ ਬਹੁਤ ਇੰਪੋਰਟੈਂਟ, ਅਗਰ ਗੱਲ ਕਰੀਏ ਕੰਪਾਊਂਡ ਹੈ ਕਿਸ ਦਾ, ਕਾਰਬਨ ਦਾ। ਕਲੀਅਰ। ਨੈਕਸਟ ਆਪਾਂ ਗੱਲ ਕਰਾਂਗੇ, ਜਦੋਂ ਕਾਰਬਨ ਕੀ ਹੈ, ਕਾਰਬਨ ਇਸ ਤੋਂ ਇਲਾਵਾ ਕਿਸ ਦੇ ਨਾਲ ਰਿਐਕਟ ਕਰਦਾ, ਵਾਟਰ ਦੇ ਨਾਲ। ਇਹ ਵਾਟਰ ਅਗਰ ਆਪਾਂ ਗੱਲ ਕਰੀਏ ਕਿਸ ਫਾਰਮ ਦੇ ਵਿੱਚ, ਸਟੀਮ ਦੇ ਵਿੱਚ। ਜਦੋਂ ਕਾਰਬਨ ਵਾਟਰ ਦੇ ਨਾਲ ਰਿਐਕਟ ਕਰਦਾ ਤਾਂ ਕੀ ਫਾਰਮ ਹੋ ਜਾਂਦਾ, ਕਾਰਬਨ ਡਾਈਆਕਸਾਈਡ ਪਲੱਸ ਹਾਈਡਰੋਜਨ। ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਜੋ ਆ ਪ੍ਰੋਡਕਟ ਫਾਰਮ ਹੋਇਆ, ਇਸ ਨੂੰ ਬੋਲਦੇ ਆ ਸਾਈਨ ਗੈਸ। ਇਹ ਇੰਪੋਰਟੈਂਟ ਹੈ, ਕਾਰਬਨ ਡਾਈਆਕਸਾਈਡ ਪਲੱਸ ਹਾਈਡਰੋਜਨ ਨੂੰ ਕੀ ਕਹਿ ਦਿੰਦੇ ਹਾਂ ਆਪਾਂ, ਸਾਈਨ ਗੈਸ ਕਹਿ ਦਿੰਦੇ ਹਾਂ।
क्लियर। नैक्सट अगर मैं गल करा, देखो जो कार्बन मोनोऑक्साइड है जिसकी आप फॉर्मेशन करवाई है हुणे, जो कार्बन मोनोऑक्साइड है ये बहुत ही पॉइजनस गैस है, जहरीली गैस है बहुत ज़्यादा। क्लियर, पॉइजनस गैस है। इस तो अलावा मैं गल करा, ਇਹਦੀ ਬਾਈਂਡਿੰਗ ਟੈਂਡੈਂਸੀ ਬਹੁਤ ਹੁੰਦੀ ਹੈ, ਇਸ ਦੀ ਬਾਈਂਡਿੰਗ ਟੈਂਡੈਂਸੀ ਬਹੁਤ ਜ਼ਿਆਦਾ ਹੁੰਦੀ ਹੈ ਕਿਹਦੇ ਨਾਲ, ਹੈਮੋਗਲੋਬਿਨ ਨਾਲ। ਆਪਣੇ ਜੋ ਬਲੱਡ ਦੇ ਵਿੱਚ ਹੈਮੋਗਲੋਬਿਨ ਪੈਂਦਾ ਉਹਦੇ ਪ੍ਰੈਜ਼ੈਂਟ ਹੈ, ਉਹਦੇ ਨਾਲ ਬਾਈਂਡਿੰਗ ਟੈਂਡੈਂਸੀ ਬਹੁਤ ਜ਼ਿਆਦਾ ਹੈ, ਹਾਈ ਹੈ ਹੈਮੋਗਲੋਬਿਨ ਦੇ ਨਾਲ। ਕਲੀਅਰ, ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਚੁੱਕੀ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਦੇਖੋ ਆਈ ਹੋਪ ਤੁਹਾਨੂੰ ਕਾਰਬਨ ਦਾ ਸਮਝ ਆ ਚੁੱਕਿਆ ਕਿ ਕਾਰਬਨ ਦੀ ਫੋਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਕਾਰਬਨ ਦੇ ਵਿੱਚ ਕੀ ਕੀ ਪ੍ਰੈਜ਼ੈਂਟ ਹੈ। ਨੈਕਸਟ ਆਪਾਂ ਡਿਸਕਸ ਕਰ ਲੈਂਦੇ, ਦੇਖੋ ਜੋ ਕਾਰਬਨ ਦੇ 3 ਐਲੋਟ੍ਰੋਪਸ ਸੀਗੇ, ਕਾਰਬਨ ਦੇ ਜੋ ਐਲੋਟ੍ਰੋਪਸ ਸੀ ਉਹਨਾਂ ਨੂੰ ਡਿਸਕਸ ਕਰ ਲੈਂਦੇ। 3 ਐਲੋਟ੍ਰੋਪਸ ਸੀਗੇ ਕਾਰਬਨ ਦੇ। ਫਸਟ ਇਜ਼ ਡਾਇਮੰਡ, ਮੈਨੇ ਤੁਹਾਨੂੰ ਦੱਸਤਾ ਸੀਗਾ ਬਟ ਆਪਾਂ ਡਿਸਕਸ ਕਰ ਲੈਂਦੇ ਹਾਂ। ਸੈਕਿੰਡ ਸੀ ਆਪਣੇ ਕੋਲ ਗ੍ਰੇਫਾਈਟ, ਐਂਡ ਥਰਡ ਵਨ ਇਜ਼ ਫਲੂਰੈਂਸ। ਕਲੀਅਰ। ਦੇਖੋ ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ ਡਾਇਮੰਡ ਦੀ, ਤਾਂ ਜੋ ਡਾਇਮੰਡ ਹੈ ਇਹ ਹਾਰਡੈਸਟ ਸਬਸਟੈਂਸ ਹੈ। ਡਾਇਮੰਡ ਕੀ ਹੈ, ਹਾਰਡੈਸਟ ਹੈ, ਸਭ ਤੋਂ ਮਤਲਬ ਅਗਰ ਆਪਾਂ ਗੱਲ ਕਰੀਏ ਕਠੋਰ ਲਗਾ ਲਓ, ਹਾਰਡ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਇਸ ਦੀ 3D ਸਟਰਕਚਰ ਹੁੰਦੀ ਹੈ, 3D ਸਟਰਕਚਰ ਹੁੰਦੀ ਹੈ ਜੋ ਆਪਣੇ ਕੋਲ ਡਾਇਮੰਡ ਹੈ। ਕਲੀਅਰ। ਇਸ ਦੀ ਅਗਰ ਮੈਂ ਗੱਲ ਕਰਾਂ sp3 ਹਾਈਬ੍ਰਿਡਾਈਜੇਸ਼ਨ ਹੈ। ਹੁਣ sp3 ਹਾਈਬ੍ਰਿਡਾਈਜੇਸ਼ਨ ਦਾ ਕੀ ਮਤਲਬ ਹੈ, ਇਸ ਦੀ ਸਟਰਕਚਰ ਕਿੱਦਾਂ, ਟੈਟਰਾਹਾਈਡਰਲ ਸਟਰਕਚਰ ਹੈ, ਟੈਟਰਾਹਾਈਡਰਲ ਸਟਰਕਚਰ ਹੈ ਕਿਸ ਦੀ, ਕਾਰਬਨ ਦੇ ਵਿੱਚ ਜੋ ਡਾਇਮੰਡ ਐਲੋਟ੍ਰੋਪ ਹੈ। ਨੈਕਸਟ ਮੈਂ ਗੱਲ ਕਰੂੰਗੀ ਗ੍ਰੇਫਾਈਟ ਦੀ। ਦੇਖੋ ਗ੍ਰੇਫਾਈਟ ਦੀ ਮੈਂ ਅਗਰ ਗੱਲ ਕਰਾਂ, ਗ੍ਰੇਫਾਈਟ ਆਪਣੇ ਕੋਲ ਬਹੁਤ ਸਲਿਪਰੀ ਹੈ, ਸਲਿਪਰੀ ਨੇਚਰ ਦਾ ਹੁੰਦਾ ਹੈ, ਗੁੱਡ ਕੰਡਕਟਰ ਹੈ। ਗੁੱਡ ਕੰਡਕਟਰ ਹੈ, ਕਿਉਂ ਹੈ ਗੁੱਡ ਕੰਡਕਟਰ, ਕਿਉਂਕਿ ਜੋ ਗ੍ਰੇਫਾਈਟ ਹੈ ਇਸ ਕੋਲ ਕੀ ਹੈ, ਇੱਕ ਇਲੈਕਟ੍ਰੋਨ ਪ੍ਰੈਜ਼ੈਂਟ ਹੁੰਦਾ ਜੋ ਮੂਵ ਕਰਦਾ, ਜਿਹਦੇ ਕਰਕੇ ਕੀ ਹੈ ਇਹ ਕੰਡਕਟਰ ਦੀ ਤਰ੍ਹਾਂ ਕੀ ਕਰਦਾ, ਸ਼ੋ ਕਰਦਾ, ਮਤਲਬ ਕੰਡਕਟਰ ਦੀ ਤਰ੍ਹਾਂ ਕੰਮ ਕਰਦਾ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਇਸ ਦੀ sp2 ਹਾਈਬ੍ਰਿਡਾਈਜੇਸ਼ਨ ਹੈ, sp2 ਹਾਈਬ੍ਰਿਡਾਈਜੇਸ਼ਨ ਹੈ। ਇਹ ਕਿਸ ਤਰ੍ਹਾਂ ਪ੍ਰੈਜ਼ੈਂਟ ਹੁੰਦਾ, 2D ਦੇ ਵਿੱਚ। ਦੇਖੋ ਜੋ ਡਾਇਮੰਡ ਸੀ ਉਹ 3D ਦੇ ਵਿੱਚ ਪ੍ਰੈਜ਼ੈਂਟ ਸੀ, ਜੋ ਗ੍ਰੇਫਾਈਟ ਹੈ ਇਹ 2D ਦੇ ਵਿੱਚ। ਜੋ ਡਾਇਮੰਡ ਸੀ ਉਹਦੀ sp3 ਹਾਈਬ੍ਰਿਡਾਈਜੇਸ਼ਨ ਸੀ, ਜੋ ਗ੍ਰੇਫਾਈਟ ਹੈ ਉਹਦੀ sp2 ਹੈ। ਕਲੀਅਰ, ਆਈ ਹੋਪ ਤੁਹਾਨੂੰ ਸਮਝ ਆ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ ਜੋ ਆਪਣੇ ਕੋਲ ਲਾਸਟ ਹੈ ਫਲੂਰੈਂਸ। ਇਸ ਦੀ ਅਗਰ ਮੈਂ ਗੱਲ ਕਰਾਂ, ਇਹ ਕਿਸ ਤਰ੍ਹਾਂ ਬਣਦਾ, ਇਹ ਦੇਖੋ ਇਹ ਨਾ ਜਿੱਦਾਂ ਇੱਕ ਬੋਲ ਹੁੰਦੀ ਹੈ, ਕਾਫੀ ਸਾਰੇ ਕਾਰਬਨਸ ਨੂੰ ਇਕੱਠਾ ਕਰਕੇ ਬਣਦੀ ਹੈ, ਮੀਨਸ ਇਹਨੂੰ ਕਾਰਬਨ 60 ਵੀ ਕਿਹਾ ਜਾਂਦਾ ਹੈ। ਜਦੋਂ ਕਾਫੀ ਸਾਰੇ ਕਾਰਬਨਸ ਨੂੰ ਇਕੱਠਾ ਕਰਕੇ ਬਣੇ, ਇਹਦੇ ਵਿੱਚ 20 ਅਗਰ ਮੈਂ ਗੱਲ ਕਰਾਂ 6 ਮੈਂਬਰ ਰਿੰਗ ਹੁੰਦੀ ਹੈ। 20 ਕਿੰਨੇ ਹੁੰਦੇ, 6 ਮੈਂਬਰ ਰਿੰਗ ਪ੍ਰੈਜ਼ੈਂਟ ਹੁੰਦੇ ਆ। ਨੈਕਸਟ ਅਗਰ ਮੈਂ ਗੱਲ ਕਰਾਂ 12 5 ਮੈਂਬਰ ਰਿੰਗ ਹੁੰਦੀ ਹੈ, 5 ਮੈਂਬਰ ਰਿੰਗ ਹੁੰਦੀ ਹੈ ਕਿਸ ਦੇ ਵਿੱਚ, ਕਾਰਬਨ 60 ਦੇ ਵਿੱਚ। ਇਸ ਦੀ ਹਾਈਬ੍ਰਿਡਾਈਜੇਸ਼ਨ ਦੀ ਮੈਂ ਗੱਲ ਕਰਾਂ ਕੀ ਹੋਏਗੀ, sp2। ਕਲੀਅਰ, ਆਈ ਹੋਪ ਤੁਹਾਨੂੰ ਜੋ 3 ਆਪਣੇ ਕੋਲ ਕਾਰਬਨ ਦੇ ਐਲੋਟ੍ਰੋਪਸ ਨੇ ਉਹ ਕਲੀਅਰ ਹੋ ਚੁੱਕੇ ਆ, ਵੀ ਇਹਨਾਂ ਦੇ ਵਿੱਚ ਕੋਈ ਵੀ ਡਾਊਟ ਨਹੀਂ ਹੋਏਗਾ। ਇਸੇ ਨਾਲ ਜੋ ਤੁਹਾਡਾ ਮੇਨ ਕਨਸੈਪਟ ਸੀਗਾ ਉਹ ਖਤਮ ਹੋ ਜਾਂਦਾ। ਕਿਸ ਦਾ, ਅਗਰ ਆਪਾਂ ਗੱਲ ਕਰੀਏ ਗਰੁੱਪ 14 ਦਾ, ਉਹ ਕੀ ਹੋ ਜਾਂਦਾ, ਕੰਪਲੀਟ ਹੋ ਜਾਂਦਾ। ਬਟ ਤੁਹਾਨੂੰ ਲਾਸਟ ਇੱਕ ਮੈਂ ਸਿਲੀਕੋਨ ਦਾ ਦੱਸਦਾ ਜੋ ਇੰਪੋਰਟੈਂਟ ਹੈ। ਲਾਸਟ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸਿਲੀਕੋਨ ਦਾ, ਇਹ ਰਹਿ ਗਿਆ ਸੀ ਟੌਪਿਕ। ਦੇਖੋ ਸਿਲੀਕੋਨ ਦੀ ਅਗਰ ਮੈਂ ਗੱਲ ਕਰਾਂ, ਸਿਲੀਕੋਨ ਜ਼ਿਆਦਾਤਰ ਅਗਰ ਆਪਾਂ ਗੱਲ ਕਰੀਏ ਕਿਸ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਸਿਲੀਕੇਟਸ ਫਾਰਮ ਦੇ ਵਿੱਚ ਕੀ ਹੁੰਦਾ ਆਪਣੇ ਕੋਲ ਪ੍ਰੈਜ਼ੈਂਟ ਹੁੰਦਾ। ਸਿਲੀਕੇਟ ਦਾ ਕੀ ਫਾਰਮੂਲਾ ਹੁੰਦਾ, Si ਮੀਨਸ 4 ਆਕਸੀਜਨਸ ਦੇ ਨਾਲ ਇਹ ਕੀ ਹੋ ਜਾਂਦਾ, ਬਾਈਂਡ ਹੋ ਜਾਂਦਾ, 4 ਨੈਗੇਟਿਵ ਕੀ ਹੈ ਇਸ ਦੇ ਉੱਪਰ ਚਾਰਜ ਪ੍ਰੈਜ਼ੈਂਟ ਹੈ। ਇਸ ਤਰ੍ਹਾਂ ਨਾਲ ਕੀ ਹੁੰਦਾ ਆਪਣੇ ਕੋਲ ਸਿਲੀਕੇਟ ਪ੍ਰੈਜ਼ੈਂਟ ਹੁੰਦਾ। ਦੇਖੋ ਅਗਰ ਮੈਂ ਗੱਲ ਕਰਾਂ ਸਿਲੀਕੋਨਸ ਦੀ, ਇਹ ਜ਼ਿਆਦਾਤਰ ਕੀ ਹੈ ਜੋ ਗਰੁੱਪ ਆਫ ਔਰਗੈਨੋ ਸਿਲੀਕੋਨ ਪੋਲੋਮਰਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਔਰਗੈਨੋ ਸਿਲੀਕੋਨ ਪੋਲੀਮਰਸ ਦੇ ਵਿੱਚ ਕੀ ਹੁੰਦਾ, ਪ੍ਰੈਜ਼ੈਂਟ ਹੁੰਦਾ। ਇਸ ਤਰ੍ਹਾਂ ਵੀ ਲਿਖ ਸਕਦੇ ਹਾਂ R2 ਮੀਨਸ ਜੋ ਅਲਕਲਾਈ ਗਰੁੱਪ ਹੈ, ਨਾਲ ਕੀ ਆ ਜਾਏਗਾ ਆਪਣੇ ਕੋਲ ਸਿਲੀਕੋਨ ਆਕਸਾਈਡ, ਇਸ ਤਰ੍ਹਾਂ ਨਾਲ ਕੀ ਹੈ ਪ੍ਰੈਜ਼ੈਂਟ ਹੁੰਦਾ। ਕਲੀਅਰ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਜਦੋਂ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਜੋ ਚੀਜ਼ ਹੈ ਆਪਾਂ ਪਹਿਲਾਂ ਉਹ ਕਰ ਲੈਂਦੇ ਹਾਂ, ਜ਼ੀਓਲਾਈਟਸ। ਇਸ ਦੇ ਵਿੱਚ ਜੋ ਇਹ ਟੌਪਿਕ ਕਰਵਾਉਣ ਦਾ ਮੋਟਿਵ ਸੀ ਉਹਦਾ ਸੀਗਾ ਕਿ ਜ਼ੀਓਲਾਈਟਸ ਕਰਨਾ ਆਪਾਂ ਨੇ ਟੌਪਿਕ। ਦੇਖੋ ਜ਼ੀਓਲਾਈਟਸ ਦਾ ਮਤਲਬ ਕੀ ਹੈ, 3D ਜੋ ਐਲੂਮੀਨੀਅਮ 3D ਐਲੂਮੀਨੀਅਮ ਸਿਲੀਕੇਟ ਬਣਦਾ ਆਪਣੇ ਕੋਲ।
3D ਐਲੂਮੀਨੀਅਮ ਜੋ ਸਿਲੀਕੇਟ ਬਣਦਾ ਹੈ, ਉਸ ਨੂੰ ਕੀ ਕਹਿ ਦਿੰਦੇ ਆਪਾਂ, ਜ਼ੀਓਲਾਈਟਸ ਬੋਲ ਦਿੰਦੇ ਆ। ਇਹ ਕਿਸ ਤਰ੍ਹਾਂ ਬਣਦਾ, ਦੇਖੋ ਹੋਰ ਵੀ ਇਸਦਾ ਕੀ ਕੰਮ ਹੈ, ਜਦੋਂ ਐਲਕੋਹਲ ਦੇ ਵਿੱਚ, ਜਦੋਂ ਐਲਕੋਹਲ ਨੂੰ ਤੁਸੀਂ ZSM5 ਮਤਲਬ ਇਸ ਨਾਲ ਰਿਐਕਟ ਕਰਵਾਓਗੇ ਤਾਂ ਆਪਣੇ ਕੋਲ ਕੀ ਬਣ ਜਾਂਦਾ, ਪੈਟਰੋਲ ਬਣ ਜਾਂਦਾ, ਗੈਸੋਲੀਨ। ਗੈਸੋਲੀਨ ਦੀ ਫੋਰਮੇਸ਼ਨ ਹੋ ਜਾਂਦੀ ਹੈ। ਆ ਜੋ ਰਿਐਕਸ਼ਨ ਹੈ ਇਹ ਤੁਹਾਡੇ ਲਈ ਕੀ ਹੈ, ਬਹੁਤ ਜ਼ਿਆਦਾ ਕੀ ਹੈ, ਇੰਪੋਰਟੈਂਟ ਹੈ। ਕਲੀਅਰ, ਇਹ ਐਗਜ਼ਾਮਪਲ ਤੁਸੀਂ ਜ਼ਰੂਰ ਕਰਨੀ ਹੈ, ਇਹ ਤੁਹਾਡੇ ਲਈ ਕੀ ਹੈ, ਇੰਪੋਰਟੈਂਟ ਹੈ। ਆਪਾਂ ਸਿਲੀਕੇਸ ਦੀ ਸਟਰਕਚਰ ਵੀ ਦੇਖ ਲੈਂਦੇ ਹਾਂ ਕਿਸ ਤਰ੍ਹਾਂ ਨਾਲ ਬਣਦੀ ਹੈ। ਦੇਖੋ SI 4 ਆਕਸੀਜਨ ਲੱਗੇ ਹੋਣਗੇ ਆਪਣੇ ਕੋਲ, 4 ਆਕਸੀਜਨ ਹੈ ਇਸ ਤਰ੍ਹਾਂ ਨਾਲ। ਉੱਪਰ ਇਹਨਾਂ ਦੇ ਆਕਸੀਜਨ ਦੇ ਕੀ ਪ੍ਰੈਜ਼ੈਂਟ ਹੁੰਦਾ, ਨੈਗੇਟਿਵ ਚਾਰਜ ਕੀ ਹੁੰਦਾ ਆਪਣੇ ਕੋਲ ਪ੍ਰੈਜ਼ੈਂਟ ਹੁੰਦਾ। ਇਸ ਤਰ੍ਹਾਂ ਨਾਲ ਇਹ ਬੌਂਡਿੰਗ ਸ਼ੋ ਕਰ ਲੈਣਗੇ। ਇਹ ਆਪਣੇ ਕੋਲ ਕੀ ਹੈ, ਸਟਰਕਚਰ ਬਣ ਗਈ ਕਿਸ ਦੀ, ਸਿਲੀਕੇਟਸ ਦੀ। ਸਿਲੀਕੇਟਸ ਇੰਪੋਰਟੈਂਟ ਹੈ। ਜੋ ਜੀਓਲਾਈਟ ਆਪਣੇ ਵੀ ਹੋਰ ਦੱਸਦਾ ਇਸਦਾ ਇੱਕ ਪੁਆਇੰਟ, ਜੋ ਆਪਣੇ ਕੋਲ ਜੀਓਲਾਈਟ ਹੈ ਇਹ ਆਪਣੇ ਕੋਲ ਐਜ਼ ਅ ਕੈਟਾਲਿਸਟ ਵੀ ਯੂਜ਼ ਕੀਤਾ ਜਾਂਦਾ ਹੈ। ਜ਼ੀਓਲਾਈਟ ਨੂੰ ਐਜ਼ ਅ ਕੈਟਾਲਿਸਟ ਯੂਜ਼ ਕੀਤਾ ਜਾਂਦਾ ਹੈ। ਕਿੱਥੇ ਯੂਜ਼ ਕੀਤਾ ਜਾਂਦਾ, ਜੋ ਪੈਟਰੋਕੈਮੀਕਲ ਇੰਡਸਟਰੀਜ਼ ਹੈ, ਪੈਟਰੋਕੈਮੀਕਲ ਇੰਡਸਟਰੀਜ਼ ਦੇ ਵਿੱਚ ਕੀ ਕੀਤਾ ਜਾਂਦਾ, ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਗੱਲ ਕਰਾਂ, ਇਹ ਫਸਟ ਪੁਆਇੰਟ। ਸੈਕਿੰਡ ਕੀ ਹੈ, ਹਾਰਡ ਵਾਟਰ ਨੂੰ ਸੌਫਟ ਬਣਾਉਣ ਦੇ ਲਈ, ਫॉर ਸੌਫਟਨਿੰਗ ਆਫ ਹਾਰਡ ਵਾਟਰ ਕਿਸ ਨੂੰ ਯੂਜ਼ ਕੀਤਾ ਜਾਂਦਾ, ਜ਼ੀਓਲਾਈਟ ਨੂੰ, ਹਾਰਡ ਵਾਟਰ। ਕਲੀਅਰ, ਆਈ ਹੋਪ ਤੁਹਾਨੂੰ ਜੋ ਸਾਰਾ ਗਰੁੱਪ 14 ਹੈ ਉਹ ਕਲੀਅਰ ਹੋ ਚੁੱਕਿਆ। ਅਗਰ ਤੁਹਾਨੂੰ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ। ਫੀਡਬੈਕ ਜ਼ਰੂਰ ਦੇਣੀ ਆ ਤੁਸੀਂ, ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ। ਅਗਰ ਕੋਈ ਡਾਊਟ ਹੁੰਦਾ ਕਮੈਂਟ ਕਰ ਲਿਓ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਸ਼ੇਅਰ ਕਰਿਓ ਆਪਣੇ ਫਰੈਂਡਸ ਦੇ ਨਾਲ। ਅਗਰ ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਐਂਡ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ ਅਗਰ ਹਜੇ ਤੱਕ ਨਹੀਂ ਕੀਤਾ। ਥੈਂਕ ਯੂ।